पंजाब PCS 2025 ਦੀ ਜਿਹੜੀ ਨੋਟੀਫਿਕੇਸ਼ਨ ਹੈ 3 ਜਨਵਰੀ ਨੂੰ ਰਿਲੀਜ਼ ਕੀਤੀ ਗਈ PPSC ਦੇ ਦੁਆਰਾ ਤੇ ਉਹਦੀ ਫਾਰਮ ਦੀ ਆਖਰੀ ਤਰੀਕ ਜਿਹੜੀ ਸੀਗੀ ਉਹ ਫਰਵਰੀ 'ਚ ਸੀਗੀ। ਤੁਹਾਨੂੰ ਇਹ ਥੋੜਾ ਜਿਹਾ ਆਈਡੀਆ ਹੈ ਜਾਂ ਤੁਸੀਂ ਕੀ ਇਹ ਗੈਸ ਕਰ ਸਕਦੇ ਹੋ ਕਿ ਕਿੰਨੇ ਬੱਚਿਆਂ ਨੇ ਫਾਰਮ ਭਰਿਆ ਹੈ, ਕਿੰਨੇ ਐਸਪੀਰੈਂਟਸ ਨੇ ਫਾਰਮ ਭਰਿਆ? ਲਗਭਗ 85 यानी कि 85,000 85,000 ਦੇ ਕਰੀਬ ਐਸਪੀਰੈਂਟਸ ਨੇ ਫਾਰਮ ਭਰਿਆ। ਤੇ ਤੁਹਾਨੂੰ ਪਤਾ ਹੈ ਪੰਜਾਬ PCS ਦੀਆਂ 3 ਸਟੇजेस ਹੁੰਦੀਆਂ ਨੇ। ਸਭ ਤੋਂ ਪਹਿਲਾਂ ਪ੍ਰੀਲਿਮਸ ਕਲੀਅਰ ਕਰਨਾ ਹੈ, ਉਸ ਤੋਂ ਬਾਅਦ ਆਪਾਂ ਮੇਨਸ ਵਿੱਚ ਕਰਨਾ ਹੈ, ਫਿਰ ਇੰਟਰਵਿਊ ਤੋਂ ਬਾਅਦ ਜਾ ਕੇ ਕਿਤੇ ਆਪਣਾ ਰੈਂਕ ਆਉਂਦਾ। ਪਰ ਸਭ ਤੋਂ ਪਹਿਲਾ ਪੜਾਵ ਇਹਨਾਂ ਵਿੱਚ ਕੀ ਹੈ? ਪ੍ਰੀਲਿਮਸ, MCQ ਬੇਸਡ ਕੁਐਸਚਨਸ ਵਾਲਾ ਪ੍ਰੀਲਿਮਸ। ਤੁਸੀਂ ਇसी ਚੈਨਲ ਤੇ ਮੇਰੀ ਪੋਡਕਾਸਟ ਦੇਖੋ ਬਾਕੀ ਟੌਪਰਸ ਨਾਲ, ਚਾਹੇ ਗੁਰਸਿਮਰਨ ਜੀ ਨਾਲ ਆਪਾਂ ਗੱਲ ਕਰੀਏ, ਚਾਹੇ ਜਸ਼ਨ ਜੀ ਨਾਲ ਗੱਲ ਕਰੀਏ, ਚਾਹੇ ਕਿੰਮੀ ਮੈਮ ਜਿਨ੍ਹਾਂ ਨੇ 2015 ਵਿੱਚ ਪ੍ਰੀਲਿਮਸ ਦਾ ਪੇਪਰ ਕੱਢ ਲਿਆ ਸੀ, ਸਾਰਾ ਕਰ ਲਿਆ ਸੀ, ਚਾਹੇ ਪ੍ਰਵੇਸ਼ ਸਰ ਨਾਲ ਗੱਲ ਕਰੀਏ। ਸਾਰੇ ਟੌਪਰਸ ਨੇ ਨਾ ਇੱਕੋ ਹੀ ਗੱਲ ਰਿਪੀਟਿਡਲੀ ਕਹੀ ਕਿ ਸਾਰੀ ਸਟੇजेस ਤੋਂ ਸਭ ਤੋਂ ਔਖੀ ਸਟੇਜ, ਸਭ ਤੋਂ ਅਨਪ੍ਰੈਡਿਕਟੇਬਲ ਸਟੇਜ ਕਿਹੜੀ ਹੁੰਦੀ ਹੈ ਜੀ? ਪ੍ਰੀਲਿਮਸ ਦੀ ਸਟੇਜ ਹੁੰਦੀ ਹੈ। ਜੀ ਹਾਂ। ਸੋ ਕਿਉਂਕਿ ਪ੍ਰੀਲਿਮਸ ਇੰਨਾ ਅਨਪ੍ਰੈਡਿਕਟੇਬਲ ਹੈ, ਕਿਉਂਕਿ ਪ੍ਰੀਲਿਮਸ ਵਿੱਚ 85,000 ਵਿੱਚੋਂ ਸਿਰਫ 4,000 ਬੱਚੇ ਹੀ ਹੋਣਗੇ ਜਿਹੜੇ ਪ੍ਰੀਲਿਮਸ ਦਾ ਪੇਪਰ ਦੇਣਗੇ। ਇਦਾਂ ਹੀ ਹੈ ਨਾ। ਕਿਉਂ ਨਾ ਆਪਾਂ ਇਹਦੀ ਤਿਆਰੀ ਨੂੰ ਹੋਰ ਅੱਛੀ ਤਰ੍ਹਾਂ ਕਰੀਏ, ਕਿਉਂ ਨਾ ਆਪਾਂ ਪ੍ਰੀਲਿਮਸ ਜਿਹੜਾ ਹੈ, ਪ੍ਰੀਲਿਮਸ ਦਾ ਪੇਪਰ ਨੂੰ ਪੱਕਾ ਕਰ ਲਈਏ। ਤੇ ਉਹ ਕਿਸ ਤਰ੍ਹਾਂ ਹੋਏਗਾ? ਜੇ ਤੁਹਾਨੂੰ ਡਿਕੋਡ ਕਰਨਾ ਆ ਗਿਆ ਪ੍ਰੀਵੀਅਸ ਈਅਰ ਕੁਐਸਚਨਸ। ਕਿਸੇ ਵੀ ਐਗਜ਼ਾਮ ਦਾ ਆਈਨਾ ਜਿਹੜਾ ਹੁੰਦਾ ਹੈ ਨਾ, ਉਹ ਆਈਨਾ ਹੁੰਦਾ ਹੈ ਪ੍ਰੀਵੀਅਸ ਈਅਰ ਕੁਐਸਚਨਸ। ਹਮੇਸ਼ਾ ਯਾਦ ਰੱਖਿਓ, ਜਿਹੜਾ ਆਪਣਾ ਕੋਈ ਵੀ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਗੱਲ ਕਰਦੇ ਹਾਂ, ਚਾਹੇ ਉਹ UPSC ਹੈ, CDS ਹੈ, ਕੋਈ ਵੀ ਐਗਜ਼ਾਮ ਹੈ, ਉਸ ਤੋਂ ਐਨਾਲਿਸਿਸ ਕਰੇ ਬਿਨਾ, ਉਹਦਾ ਟ੍ਰੈਂਡ ਐਨਾਲਾਈਜ਼ ਕਰੇ ਬਿਨਾ ਜੇ ਤੁਸੀਂ ਪੇਪਰ 'ਚ ਬੈਠ ਰਹੇ ਹੋ, ਤੁਹਾਡੀ ਸਭ ਤੋਂ ਵੱਡੀ ਗਲਤੀ ਹੈ। ਪਰ ਗੱਲ ਇਹ ਹੈ ਕਿ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਐਨਾਲਾਈਜ਼ ਕਰਨਾ ਆਉਂਦਾ? ਅਕਸਰ ਆਪਾਂ ਸਾਰੇ ਕਹਿੰਦੇ ਆ, ਟੌਪਰਸ ਵੀ ਕਹਿੰਦੇ ਨੇ ਕਿ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਐਨਾਲਾਈਜ਼ ਕਰੀਏ। ਸਾਰੇ ਤੁਹਾਨੂੰ ਇਹੀ ਚੀਜ਼ ਕਹਿਣਗੇ, ਪਰ ਕੀ ਤੁਹਾਨੂੰ ਪਤਾ ਹੈ ਹਾਊ ਟੂ ਐਨਾਲਾਈਜ਼ them? ਪ੍ਰੀਵੀਅਸ ਈਅਰ ਕੁਐਸਚਨ ਸੇਮ ਵੀ ਚੱਕ ਕੇ ਆ ਜਾਂਦੇ ਨੇ। ਹੋ ਸਕਦਾ ਹੈ ਕਿ 2021 ਦਾ ਕੋਈ PYQ 2025 ਚ ਆ ਜਾਵੇ, ਪਰ ਕਿਸ ਤਰ੍ਹਾਂ ਪਤਾ ਕਰੋਗੇ? ਉਹਦੇ ਲਈ this is again a 3 type of formulas। ਤੁਸੀਂ ਕਦੇ ਵੀ ਨੋਟ ਕਰ ਲਓ, ਚਾਹੇ ਤੁਸੀਂ UPSC ਦਾ ਪੇਪਰ ਦੇਣਾ ਜ਼ਿੰਦਗੀ 'ਚ, ਕਦੇ CDS, ਕਿਸੇ ਵੀ ਐਗਜ਼ਾਮ ਦਾ ਪੇਪਰ ਦੇਣਾ ਹੈ, ਇਹ 3 ਤਰ੍ਹਾਂ ਤੋਂ PYQs ਜਿਹੜੇ ਹੁੰਦੇ ਨੇ ਰਿਪੀਟ ਹੁੰਦੇ ਨੇ। ਐਂਡ ਇਹ ਗਰੰਟੀ ਹੈ ਮੇਰੀ, ਜੇ ਤੁਸੀਂ, ਮੈਂ ਗਰੰਟੀ ਦੇ ਰਿਹਾ, ਸੁਣ ਲਓ, ਇਹ ਪਹਿਲੀ ਵਾਰੀ ਹੋ ਰਿਹਾ ਕਿ ਮੈਂ ਆਨਲਾਈਨ ਆ ਕੇ ਤੁਹਾਨੂੰ ਇਹ ਗਰੰਟੀ ਸ਼ਬਦ ਯੂਜ਼ ਕਰ ਰਿਹਾ। ਮੇਰੀ ਗਰੰਟੀ ਇਹ ਹੈ, ਜੇ ਤੁਸੀਂ ਇਹ 3 ਤਰ੍ਹਾਂ ਤੋਂ PYQs ਨੂੰ ਐਨਾਲਾਈਜ਼ ਕਰ ਲਿਆ, ਸੋ ਮੈਂ ਤੁਹਾਨੂੰ ਆਪਣੀ ਪਰਸਨਲ ਗਰੰਟੀ ਦੇ ਸਕਦਾ ਹਾਂ ਕਿ ਤੁਹਾਡਾ ਪ੍ਰੀਲਿਮਸ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ ਨਿਕਲਣਾ, ਬੇਸ਼ਰਤੇ ਤੁਸੀਂ ਇਹ ਸੈਸ਼ਨ ਨੂੰ ਪੂਰਾ ਦੇਖ ਕੇ ਇਹ 3 ਜਿਹੜੇ ਟਾਈਪਸ ਆਫ PYQs ਹੈ ਜੋ ਰੈਕਰਿੰਗਲੀ ਪੁੱਛੇ ਜਾਂਦੇ ਆ ਦੁਬਾਰਾ, ਉਹਨਾਂ ਨੂੰ ਸਮਝ ਲਓ। ਸੋ ਪਹਿਲੀ ਵਾਰ ਹਾਊ ਟੂ ਐਨਾਲਾਈਜ਼ ਪ੍ਰੀਲਿਮਸ PYQ, ਸਿਰਫ PPSC ਸਪੈਸੀਫਿਕ ਕੰਟੈਂਟ ਹੈ, ਉਹਦੀ ਹੀ ਗੱਲ ਕਰਾਂਗਾ, ਰਿਪੀਟਡ ਟੌਪਿਕਸ। ਜਦੋਂ ਆਪਾਂ 2012, 13, 18, 12, 13, 15, 18, 21 ਇਹ ਸਾਰੇ ਪ੍ਰੀਲਿਮਸ ਦੇ ਪੇਪਰਸ ਦੀ ਗੱਲ ਕਰਦੇ ਹਾਂ PPSC ਦੇ, ਸਾਨੂੰ ਕੁਝ ਰਿਪੀਟਡ ਟੌਪਿਕਸ ਮਿਲਣਗੇ। ਉਹ ਤੇ ਡੈਫੀਨੇਟਲੀ ਦੇ ਆਰ ਵੈਰੀ ਇੰਪੋਰਟੈਂਟ, ਉਹ ਤੇ ਆਪਾਂ ਕਰਨੇ ਆ। ਉਸ ਤੋਂ ਬਾਅਦ ਕੁਐਸਚਨ ਫਰੋਮ ਆਪਸ਼ਨਸ ਵਿਦ ਐਗਜ਼ਾਮਪਲ ਦੱਸੂਗਾ ਕਿ ਜਿਹੜਾ 2018 ਵਿੱਚ ਇੱਕ ਆਪਸ਼ਨ ਵਿੱਚ ਕੋਈ ਚੀਜ਼ ਦੇ ਦਿੱਤੀ ਗਈ, ਕੋਈ ਫੈਕਟ ਦੇ ਦਿੱਤਾ ਗਿਆ, ਕਿਸੇ ਆਥਰ ਦਾ ਨਾਂ ਦੇ ਦਿੱਤਾ ਗਿਆ, ਕੋਈ ਹਿਸਟਰੀ ਦਾ ਫੈਕਟ ਦੇ ਦਿੱਤਾ ਗਿਆ, ਉसी ਆਪਸ਼ਨ ਤੋਂ ਚੱਕ ਕੇ 2021 ਦਾ ਕੁਐਸਚਨ ਬਣ ਗਿਆ, ਦਿਖਾਊਂਗਾ ਵਿਦ ਐਗਜ਼ਾਮਪਲ। ਉਸ ਤੋਂ ਬਾਅਦ ਲਾਸਟਲੀ ਪੈਰੀਫੇਰਲ ਕੁਐਸਚਨਸ, ਫॉर ਐਗਜ਼ਾਮਪਲ ਮੈਂ ਤੁਹਾਨੂੰ ਦਊਂਗਾ 1857 ਰਿਵੋਲਟ। ਬਾਰ-ਬਾਰ ਉਹਦੇ ਟੌਪਿਕ ਦੇ ਆਲੇ ਦੁਆਲੇ ਕੁਐਸਚਨ ਆ ਰਹੇ ਨੇ। ਪੈਰੀਫੇਰੀ ਕੀ ਹੁੰਦਾ? ਇੱਕ ਹੁੰਦਾ ਕੋਰ, ਉਹਦੇ ਆਲੇ ਦੁਆਲੇ ਹੁੰਦੀ ਹੈ ਪੈਰੀਫੇਰੀ। ਸੋ ਪੈਰੀਫੇਰਲ ਕੁਐਸਚਨਸ ਵੀ ਆਪਣੇ ਕੋਲ ਆਉਂਦੇ ਨੇ। ਸੋ ਨਾਓ ਇਸ ਸੈਸ਼ਨ ਨੂੰ ਇੱਕ ਵਾਰ ਜ਼ਰੂਰ ਪੂਰਾ ਦੇਖਿਓ, ਕਿਉਂਕਿ ਮੈਂ ਇਹ 3 ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ। ਹਾਊ ਰਿਪੀਟਡ ਟੌਪਿਕਸ ਆਰ देयर ਇਨ PPSC ਪੰਜਾਬ PCS ਐਗਜ਼ਾਮ, ਹਾਊ ਕੁਐਸਚਨ ਫਰੋਮ ਆਪਸ਼ਨਸ ਆਰ ਮੇਡ ਇਨ ਦਾ ਪੰਜਾਬ PCS ਐਗਜ਼ਾਮ, ਐਂਡ ਲਾਸਟਲੀ ਪੈਰੀਫੇਰਲ ਕੁਐਸਚਨਸ ਕਿਸ ਤਰ੍ਹਾਂ ਬਣਦੇ ਨੇ।
ਸੋ ਇਸ ਸੈਸ਼ਨ ਨੂੰ ਪੂਰਾ ਦੇਖਿਓ ਜੀ ਜੇ ਤੁਸੀਂ ਸਮਝਣਾ ਚਾਹੁੰਦੇ ਹੋ, ਪ੍ਰੀਲਿਮਸ ਕਲੀਅਰ ਕਰਨਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਜੀ ਰਿਪੀਟਡ ਟੌਪਿਕਸ। ਹੁਣ ਰਿਪੀਟਡ ਟੌਪਿਕਸ ਨੂੰ ਦੇਖਣ ਲਈ ਸਭ ਤੋਂ ਪਹਿਲਾਂ ਇਹ 2015 ਦੇ ਕੁਐਸਚਨ ਤੇ ਨਿਗਾਹ ਮਾਰ ਲਓ ਜੀ। ਕਿਹਦੀ ਗੱਲ ਕਰ ਰਹੇ ਹਾਂ ਜੀ ਮੈਂ? 2015 ਦਾ ਕੁਐਸਚਨ ਹੈ ਜੀ, ਜਸਟ ਸੀ ਹੇਅਰ। ਠੀਕ ਹੈ ਜੀ, ਇਹ 2015 ਦਾ ਕੁਐਸਚਨ ਹੈ ਐਂਡ ਇਹ 2021 ਦਾ ਕੁਐਸਚਨ ਹੈ। 2015 ਵਿੱਚ ਪੁੱਛਿਆ ਗਿਆ RBI ਅਬਾਊਟ DSIBs। ਕੀ ਹੁੰਦਾ ਹੈ? ਡੋਮੈਸਟਿਕ ਸਿਸਟਮਿਕਲੀ ਇੰਪੋਰਟੈਂਟ ਬੈਂਕਸ। ਨਾਓ ਇਹ ਜਿਹੜੇ ਬੈਂਕਸ ਨੇ ਇਹਨਾਂ ਬਾਰੇ ਪੁੱਛਿਆ ਗਿਆ 2015 ਵਿੱਚ। RBI ਨੇ ਕਿਹੜੇ ਬੈਂਕਸ ਨੂੰ ਡਿਕਲੇਅਰ ਕੀਤਾ? ਹੁਣ ਮੈਂ ਇਹਦੀ ਆਪਸ਼ਨਸ ਦੇਖ ਲਈ, ਚਲੋ ਸਭ ਕੁਝ ਦੇਖ ਲਿਆ, ਪਰ ਟੌਪਿਕ ਤੇ DSIBs ਦਾ ਟੌਪਿਕ ਹੈ, ਬੈਂਕਿੰਗ ਦਾ ਟੌਪਿਕ ਜਿਹੜਾ ਇੰਡੀਅਨ ਇਕਨੋਮੀ ਦਾ। ਹੁਣ ਇਹ ਸੇਮ ਐਗਜ਼ੈਕਟ ਟੌਪਿਕ ਦੇਖੋ 2021 ਵਿੱਚ ਵੀ ਰਿਪੀਟ ਹੋਇਆ। ਸਿਰਫ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ ਇੰਡੀਅਨ ਇਕਨੋਮੀ ਦੀ, ਹੋਰ ਵੀ ਬਹੁਤ ਐਗਜ਼ਾਮਪਲ ਸਾਡੇ ਕੋਲ ਹੈਗੀਆਂ ਨੇ। ਵੀ ਹੈਵ ਮੈਨੀ ਐਗਜ਼ਾਮਪਲਸ, ਬਟ ਦਿਸ ਇਜ਼ ਦਾ ਵਨ ਆਫ them। ਸੋ ਦਿਸ ਇਜ਼ ਦਾ ਵਨ ਆਫ ਦੀ ਐਗਜ਼ਾਮਪਲ, ਸਮਝ ਰਹੇ ਹੋ? ਤੋ ਹੁਣ ਅੱਗੇ ਆ ਜਾਓ। ਹੁਣ ਇੱਥੇ ਤੱਕ ਵੀ ਗੱਲ ਸ਼ਾਇਦ ਨਹੀਂ ਖਤਮ ਹੋ ਰਹੀ, ਮੈਂ ਤੁਹਾਨੂੰ ਹੋਰ ਅੱਗੇ ਦਊਂਗਾ। ਹੁਣ ਤੁਸੀਂ ਜੇ ਇਹੀ ਚੀਜ਼ ਜਿਹੜੀ ਮੈਂ ਇਸ ਚੀਜ਼ ਦੀ ਗੱਲ ਕਰ ਰਿਹਾ ਸੀ ਨਾ ਕਿ ਤੁਸੀਂ ਸਾਰਿਆਂ ਨੇ ਇਸ ਕੁਐਸਚਨ ਨੂੰ ਪੂਰਾ ਦੇਖ ਲਿਆ, ਪਰ ਜੇ ਤੁਸੀਂ 2015 ਦੇ ਵਿੱਚ ਇਹਦੀ ਐਕਸਪਲੇਨੇਸ਼ਨ ਨੂੰ ਪ੍ਰੋਪਰਲੀ ਵੇਖ ਲਿਆ ਹੁੰਦਾ, ਜੇ ਤੁਸੀਂ ਇਹਦੀ ਐਕਸਪਲੇਨੇਸ਼ਨ ਨੂੰ ਪ੍ਰੋਪਰਲੀ ਵੇਖ ਲਿਆ ਹੁੰਦਾ ਤੇ ਫਿਰ ਕੀ ਹੁੰਦਾ? ਤੁਹਾਡਾ 2021 ਵਾਲਾ ਕੁਐਸਚਨ ਕਦੀ ਗਲਤ ਨਾ ਹੁੰਦਾ। ਸਮਝ ਰਹੇ ਹੋ? ਹੁਣ 2021 ਵਿੱਚ ਇਹਨਾਂ ਨੇ ਪੁੱਛਿਆ ਤੇ ਹੋ ਸਕਦਾ 2025 ਵਿੱਚ ਵੀ ਪੁੱਛ ਸਕਦੇ ਨੇ ਸੇਮ ਕੁਐਸਚਨ। ਅੱਗੇ ਆ ਜਾਓ, ਇੱਕ ਹੋਰ ਐਗਜ਼ਾਮਪਲ ਦੇਖ ਲਓ। ਦੇਖੋ ਜੀ, ਸੈਕੰਡ ਟਾਈਪ, ਕੁਐਸਚਨ ਫਰੋਮ ਆਪਸ਼ਨਸ। ਸਭ ਤੋਂ ਪਹਿਲਾਂ 2018 ਦਾ ਇੱਕ ਕੁਐਸਚਨ ਦੇਖੋ। ਗਿਆਨਪੀਠ ਜਿਹੜੇ ਆਪਣੇ ਅਵਾਰਡਸ ਹੁੰਦੇ ਨੇ, ਉਹਨਾਂ ਵਿੱਚ ਇੱਕ ਆਪਸ਼ਨ ਆਈ ਸੀ ਅਮਰਤਾ ਪ੍ਰੀਤਮ ਜੀ, ਐਂਡ ਦਿਸ ਵਾਸ ਵਨ ਆਫ ਦਾ ਕਰੈਕਟ ਆਪਸ਼ਨ ਹੇਅਰ। ਜੇ ਮੈਂ 2018 ਵਿੱਚ ਇਹ ਆਪਸ਼ਨਸ ਤੇ ਫੋਕਸ ਕਰਦਾ, ਸੋ ਮੈਨੂੰ ਪਤਾ ਲੱਗਦਾ ਕਿ ਪੰਜਾਬ ਜੀਕੇ, ਦਿਸ ਇਜ਼ ਪਾਰਟ ਆਫ ਪੰਜਾਬ ਜੀਕੇ, ਕਿ ਪੰਜਾਬ ਜੀਕੇ ਵਿੱਚ ਜਿਹੜੇ ਗਿਆਨਪੀਠ ਅਵਾਰਡਸ ਨੇ ਉਹਨਾਂ ਬਾਰੇ ਕੁਐਸਚਨ ਆ ਰਹੇ ਨੇ। ਐਂਡ ਕਿਉਂਕਿ ਇਹਨਾਂ ਨੇ 18 ਚ ਅਮਰਤਾ ਪ੍ਰੀਤਮ ਜੀ ਬਾਰੇ ਸਵਾਲ ਕੀਤਾ ਸੀ, ਮੈਨੂੰ ਅਮਰਤਾ ਪ੍ਰੀਤਮ ਜੀ ਫਰੋਮ ਆਪਸ਼ਨ ਪਤਾ ਲੱਗ ਰਿਹਾ ਕਿ ਇਹ ਇੰਪੋਰਟੈਂਟ ਹੋ ਸਕਦਾ ਕਿ ਨਹੀਂ। ਜੇ ਮੈਂ ਅਮਰਤਾ ਪ੍ਰੀਤਮ, ਸੁਰਜੀਤ ਪਾਤਰ ਸਾਹਿਬ, ਗੁਰਦਿਆਲ ਸਿੰਘ ਜੀ, ਜਸਵੰਤ ਕੰਵਲ ਜੀ, ਇਹਨਾਂ ਦੇ ਆਪਸ਼ਨਸ ਨੂੰ ਚੰਗੀ ਤਰ੍ਹਾਂ ਕਰ ਲਿਆ ਤੇ ਬਈ ਆ ਦੇਖੋ 2021 ਦੇ ਵਿੱਚ ਫਸਟ ਸਟੇਟਮੈਂਟ ਜਿਹੜੀ ਹੈ ਅਗੇਨ ਇਸ ਆਪਸ਼ਨ ਤੋਂ ਬਣ ਕੇ ਆ ਰਹੀ ਹੈ ਤੇ ਉਹ ਠੀਕ ਹੋ ਜਾਂਦੀ ਮੇਰੀ ਵਿਦਾਊਟ ਇਵਨ ਥਿੰਕਿੰਗ। ਸੋ ਯੂ ਹੈਵ ਟੂ ਫੋਕਸ ਔਨ ਆਪਸ਼ਨਸ ਲਾਈਕ ਦਿਸ। ਜਿੰਨੇ ਵੀ ਪੇਪਰ ਆਏ ਨੇ 2012, 13, 15, 18, 21 ਦੇ, ਸਾਰਿਆਂ ਦੀ ਕੁਐਸਚਨਸ ਦੀ ਇੱਕ ਇੱਕ ਆਪਸ਼ਨ ਨੂੰ ਤੁਸੀਂ ਰੱਟਣਾ ਹੈ, ਇੱਕ ਇੱਕ ਆਪਸ਼ਨ ਨੂੰ ਸਮਝਣਾ ਹੈ, ਇੱਕ ਇੱਕ ਆਪਸ਼ਨ ਨੂੰ ਆਪਣੇ ਦਿਲੋਂ ਦਿਮਾਗ 'ਚ ਵਸਾਣਾ ਹੈ, ਕਿਉਂਕਿ ਇਹ ਆਪਸ਼ਨਸ ਤੋਂ ਹੀ ਦੁਬਾਰਾ ਕੁਐਸਚਨਸ ਬਣਦੇ ਨੇ। ਇਹੀ ਚੀਜ਼ਾਂ ਹੁੰਦੀਆਂ ਜੋ 120 25 ਜਿਨ੍ਹਾਂ ਦੇ ਨੰਬਰ ਆਉਂਦੇ ਨੇ GS 'ਚ, ਉਹ ਬੰਦੇ ਕਰਦੇ ਨੇ ਔਰ ਆਪਾਂ ਨਹੀਂ ਕਰ ਪਾਉਂਦੇ। ਇਹੀ ਚੀਜ਼ਾਂ ਤੁਹਾਨੂੰ 120 25 30 ਨੰਬਰ ਦਿਵਾਉਣਗੀਆਂ, ਪੱਕੀ ਗੱਲ ਹੈ। ਅੱਗੇ ਆ ਜਾਓ। ਥਰਡ ਟਾਈਪ, ਪੈਰੀਫੇਰਲ ਕੁਐਸਚਨਸ 2012, 2018 ਐਂਡ ਹੋਪਫੁਲੀ 2025 ਚ ਵੀ ਕੁਐਸਚਨ ਆਊਗਾ। ਨਾਓ 2012 ਵਿੱਚ ਕੁਐਸਚਨ ਆਇਆ 1857 ਰਿਵੋਲਟ ਅਵਧ ਵਿੱਚ ਲੀਡਰ ਕੌਣ ਸੀ। ਉਸ ਤੋਂ ਬਾਅਦ ਦੁਬਾਰਾ ਉਹਨਾਂ ਨੇ ਪੁੱਛਿਆ ਨਾਨਾ ਸਾਹਿਬ ਜੋ ਸੀਗੇ, ਠੀਕ ਹੈ ਜੀ, ਉਹ 1857 ਰਿਵੋਲਟ ਵਿੱਚ ਕਿਉਂ ਉਤਰੇ, ਕੀ ਰੀਜ਼ਨ ਸੀਗਾ। ਹੁਣ ਇਹ 2012 ਵਿੱਚ ਜਿਹੜੇ ਦੋ ਕੁਐਸਚਨ ਆਏ ਆ, ਇਹ ਦੇਖ ਕੇ ਮੈਨੂੰ ਇੰਨਾ ਪਤਾ ਲੱਗ ਗਿਆ ਕਿ 1857 ਰਿਵੋਲਟ ਇਜ਼ ਵੈਰੀ ਇੰਪੋਰਟੈਂਟ ਟੌਪਿਕ, ਮੈਨੂੰ ਪਤਾ ਲੱਗ ਗਿਆ। ਪਰ ਗੱਲ ਕੀ ਹੁੰਦੀ ਹੈ ਇਹਦੀ ਪੈਰੀਫਰੀ ਦੀ। ਮੈਂ ਕੀ ਕਿਹਾ ਸੀ? ਪੈਰੀਫਰੀ ਯਾਨੀ ਕਿ ਮੈਂ 1857 ਰਿਵੋਲਟ ਦੇ ਆਲੇ ਦੁਆਲੇ ਜੋ ਵੀ ਚੀਜ਼ਾਂ ਇੰਪੋਰਟੈਂਟ ਹੋ ਸਕਦੀਆਂ ਮੈਂ ਕਰੂੰਗਾ, ਮੈਨੂੰ ਇਹ ਪਤਾ ਹੋਣਾ ਚਾਹੀਦਾ। ਫॉर ਐਗਜ਼ਾਮਪਲ, ਸਭ ਤੋਂ ਪਹਿਲਾਂ ਲੀਡਰਸ ਦੇ ਨੇਮ, ਉਸ ਤੋਂ ਬਾਅਦ ਏਰੀਆ ਐਂਡ ਉਸ ਤੋਂ ਬਾਅਦ ਲਾਸਟਲੀ ਕਿਹੜਾ ਬ੍ਰਿਟਿਸ਼ ਲੀਡਰ ਜਾਂ ਬ੍ਰਿਟਿਸ਼ ਜਨਰਲ ਸੀ। ਆ ਲੀਡਰਸ ਦੇ ਸਾਹਮਣੇ ਇੱਕ ਬ੍ਰਿਟਿਸ਼ ਜਨਰਲ ਵੀ ਸੀਗਾ ਨਾ, ਜੇ ਤੁਸੀਂ ਇਹ ਪੜ੍ਹਿਆ ਹੋਇਆ। ਜੇ ਤੁਸੀਂ, ਮੈਂ ਅੱਜ ਵੀ ਤੁਹਾਨੂੰ ਕਹਿਣ ਨੂੰ ਤਿਆਰ ਹਾਂ, ਅਕੋਰਡਿੰਗ ਟੂ ਦਿਸ ਟ੍ਰੈਂਡ 2012 ਤੇ 2018 ਵਿੱਚ ਦੇਖੋ ਕਿਹੋ ਜਿਹਾ ਕੁਐਸਚਨ ਆਇਆ ਹੈ। ਜੇ ਤੁਸੀਂ ਆ ਤਿੰਨ ਚੀਜ਼ਾਂ 1857 ਰਿਵੋਲਟ ਦੀਆਂ ਕਰ ਲੀਆਂ, ਤੁਹਾਡਾ ਟੌਪਿਕ ਕਲੀਅਰ ਹੋ ਗਿਆ। ਕੌਣ ਦੱਸ ਰਿਹਾ ਤੁਹਾਨੂੰ ਇਹ PYQ? ਕਿਉਂਕਿ 2018 ਵਿੱਚ ਕੀ ਕੁਐਸਚਨ ਆਇਆ,
ਕੁੰਵਰ ਸਿੰਘ ਵਾਸ ਦ ਲੀਡਰ ਆਫ ਵਿਚ ਰਿਵੋਲਟ? ਪਹਿਲਾਂ ਪੁੱਛ ਲਿਆ ਅਵਧ ਵਿੱਚ ਕਿਹੜਾ ਬੰਦਾ ਸੀ, ਬਾਅਦ ਚ ਪੁੱਛ ਲਿਆ ਕੁੰਵਰ ਸਿੰਘ ਕਿੱਥੇ ਸੀਗਾ। ਕੁਛ ਇੰਟਰਚੇਂਜ ਹੋ ਰਿਹਾ, ਕਦੀ ਏਰੀਆ ਪੁੱਛ ਰਿਹਾ, ਇਹ ਦੇਖੋ ਇਹਨਾਂ ਤੋਂ ਬਾਹਰ ਨਹੀਂ ਹੈ, ਕਦੀ ਲੀਡਰ ਪੁੱਛ ਰਿਹਾ, ਕਦੀ ਏਰੀਆ ਪੁੱਛ ਰਿਹਾ। ਜੇ ਮੈਂ ਹੋਰ ਅੱਛੀ ਤਰ੍ਹਾਂ ਤਿਆਰੀ ਕਰਨੀ ਹੈ ਤੇ ਮੈਂ ਬ੍ਰਿਟਿਸ਼ ਜਨਰਲ ਜਾਂ ਫਿਰ ਜਿਹੜਾ ਬ੍ਰਿਟਿਸ਼ ਬੰਦਾ ਸੀ ਜਿਹਨੇ ਨੇ ਰਿਵੋਲਟ ਰੋਕੀ, ਮੈਂ ਉਹਨਾਂ ਦੀ ਵੀ ਗੱਲ ਕਰ ਸਕਦਾ ਜੇ ਮੈਂ ਹੋਰ ਅੱਛੀ ਤਿਆਰੀ ਕਰਨੀ ਹੈ। ਹੁਣ ਇਹਦੀ ਐਕਸਪਲੇਨੇਸ਼ਨ ਦੇਖ ਲਓ, ਜੇ ਤੁਸੀਂ ਇਹਦੀ ਪ੍ਰੋਪਰ ਐਕਸਪਲੇਨੇਸ਼ਨ ਇਸ ਤਰ੍ਹਾਂ ਪੜ੍ਹੀ ਹੁੰਦੀ ਦੈਟ ਵਾਈ ਅਦਰ ਆਪਸ਼ਨਸ ਆਰ ਇਨਕਰੈਕਟ, ਜਾਂ ਫਿਰ ਬਾਕੀ ਸਾਰੀ ਆਪਸ਼ਨਸ ਤੁਸੀਂ ਦੇਖੀਆਂ ਹੁੰਦੀਆਂ, ਤੁਹਾਨੂੰ ਪਤਾ ਲੱਗ ਜਾਂਦਾ ਵੀ ਕਾਨਪੁਰ 'ਚ ਕਿਹੜਾ ਲੀਡਰ ਹੋਣਾ ਚਾਹੀਦਾ ਹੈ, ਅਵਧ ਵਿੱਚ ਕਿਹੜਾ ਲੀਡਰ ਹੈ, ਤੁਹਾਨੂੰ ਪਤਾ ਹੁੰਦਾ। ਆਹ ਦੇਖੋ ਜੀ, ਅਵਧ ਦਾ ਕੁਐਸਚਨ ਵੀ ਇਧਰੋਂ ਨਿਕਲ ਰਿਹਾ ਸੀ। The whole point of this session is to make you clear prelims this time. And believe me, मैं aspirant भी रहा है 2016 ਤੋਂ I was an aspirant, 2021 ਤੋਂ I started teaching। ਮੈਨੂੰ ਇੱਕ ਚੀਜ਼ ਬਹੁਤ ਕਲੀਅਰ ਪਤਾ ਲੱਗ ਚੁੱਕੀ ਹੈ, ਜਿੰਨਾ ਮੇਰਾ ਟੀਚਿੰਗ ਦਾ ਐਂਡ ਐਸਪੀਰੈਂਟ ਰਨ ਦਾ ਐਕਸਪੀਰੀਅੰਸ ਹੈ, ਵਿਦਾਊਟ ਸਟੱਡਿੰਗ, ਵਿਦਾਊਟ ਐਨਾਲਾਈਜ਼ਿੰਗ and without processing the PYQs, you cannot clear the prelims or mains ਦੋਨੋਂ। ਕਿਉਂਕਿ ਹੁਣ ਨੇੜੇ prelims ਆਪਾਂ ਉਹਦੀ ਗੱਲ ਕਰ ਰਹੇ ਹਾਂ, ਜਦੋਂ ਮੇਨਸ ਆਏਗਾ ਉਹਦੀ ਵੀ ਗੱਲ ਕਰਾਂਗੇ। ਸੋ ਦਾ ਹੋਲ ਪੁਆਇੰਟ ਹੇਅਰ ਇਜ਼ ਕਿ ਤੁਸੀਂ ਇਹ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹਨੂੰ ਇੱਕ ਵਾਰ ਘੋਟ ਕੇ ਪੀਜੋ, ਇਹਦੇ ਬਿਨਾ ਕੁਛ ਨਹੀਂ ਹੋਣਾ, ਇਹਦੇ ਬਿਨਾ ਕੁਛ ਨਹੀਂ ਹੋਣਾ। prelims ਨਹੀਂ ਕਲੀਅਰ ਕਰ ਸਕਦੇ ਤੁਸੀਂ ਇਹਦੇ ਬਿਨਾ। ਐਂਡ ਨਾਓ ਤੁਹਾਡੇ ਸਾਰਿਆਂ ਦੇ ਦਿਮਾਗ 'ਚ ਇਹੀ ਕੁਐਸਚਨ ਆ ਰਿਹਾ ਹੋਏਗਾ ਕਿ ਸਰ ਹਾਊ ਟੂ ਕਵਰ ਥੀਸ ਪ੍ਰੀਲਿਮਸ PYQs। ਤੁਸੀਂ ਦੱਸਤਾ ਕਿ ਐਨਾਲਿਸਿਸ ਹੈ, ਤੁਹਾਨੂੰ ਸਰ ਤੁਸੀਂ ਦੱਸਤਾ ਕਿ ਐਨਾਲਿਸਿਸ ਨੂੰ ਇਦਾਂ ਕਰੋ, ਬਟ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਕਰੀਏ, ਮੈਂ ਘਰੇ ਬੈਠਾ ਕਿਸ ਤਰ੍ਹਾਂ ਕਰਾਂ? ਦੋ ਤਰੀਕੇ ਨੇ ਤੁਹਾਡੇ ਕੋਲ। ਪਹਿਲਾ ਤਰੀਕਾ 2012, 13, 15, 18 ਤੇ 2021 ਸਾਰਿਆਂ ਦੇ ਪੇਪਰ ਚੱਕੋ, ਉਹ ਸਾਰੇ ਪੇਪਰਸ ਨੂੰ ਟੌਪਿਕ ਵਾਈਜ਼ ਡਿਵਾਈਡ ਕਰ ਲਓ। ਸੌਰੀ, ਜੇ ਟੌਪਿਕ ਵਾਈਜ਼ ਨਹੀਂ ਕਰ ਸਕਦੇ, ਸਬਜੈਕਟ ਵਾਈਜ਼ ਐਟਲੀਸਟ ਡਿਵਾਈਡ ਕਰ ਲਓ। 2012 ਤੋਂ ਲੈ ਕੇ 21 ਤੱਕ ਪੋਲਿਟੀ ਦੇ ਕੁਐਸਚਨਸ ਇਹ ਰਹੇ ਨੇ, 2012 ਤੋਂ ਲੈ ਕੇ 2021 ਤੱਕ ਇੰਡੀਅਨ ਇਕਨੋਮੀ ਦੇ ਕੁਐਸਚਨਸ ਇਹ ਰਹੇ ਨੇ। ਉਹਨਾਂ ਸਾਰਿਆਂ ਨੂੰ ਸਬਜੈਕਟ ਵਾਈਜ਼ ਕਰ ਲਓ। ਉਸ ਤੋਂ ਬਾਅਦ ਜਦੋਂ ਤੁਸੀਂ ਸਾਰਿਆਂ ਨੂੰ ਸਬਜੈਕਟ ਵਾਈਜ਼ ਕਰ ਚੁੱਕੇ ਹੋ ਤੇ ਤੁਸੀਂ ਫੋਕਸ ਕਰੋ ਕਿ ਹੁਣ ਇਹਨਾਂ ਦੀ ਆਪਸ਼ਨਸ ਨੂੰ ਮੈਂ ਕਿੱਦਾਂ ਡਿਕੋਡ ਕਰਾਂ। ਇੱਕ ਇੱਕ ਆਪਸ਼ਨ ਦੇ ਰਿਸਰਚ ਕਰੋ, ਇੱਕ ਇੱਕ ਆਪਸ਼ਨ ਨੂੰ ਆਪ ਜਾ ਕੇ ਰਿਸਰਚ ਕਰੋ ਐਂਡ ਉਹਦੇ ਨਾਲ ਕਰੈਕਟ ਆਪਸ਼ਨ ਵੀ ਦੇਖੋ, ਆਨਸਰ ਕੀ ਆਪ ਲੱਭੋ। ਇਟ ਸਾਊਂਡਸ ਟਾਇਰਿੰਗ, ਥੋੜਾ ਔਖਾ ਲੱਗ ਰਿਹਾ, ਟਾਈਮ ਕੰਜ਼ਿਊਮਿੰਗ ਲੱਗ ਰਿਹਾ। ਜੀ ਹਾਂ, ਇਹ ਟਾਈਮ ਕੰਜ਼ਿਊਮਿੰਗ ਹੈ ਤੇ ਇਹ ਔਖਾ ਵੀ ਹੈ। ਵਾਟ ਇਫ ਕਿ ਮੈਂ ਤੁਹਾਨੂੰ ਇੱਕ ਇਹਦਾ ਬੜਾ ਈਜ਼ੀ ਆਲਟਰਨੇਟਿਵ ਦੇ ਦਾਂ, ਕਿਉਂਕਿ ਜੋ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ, ਚਾਹੇ ਉਹ ਸਬਜੈਕਟ ਵਾਈਜ਼ PYQs ਨੂੰ ਅਲੱਗ ਕਰਨਾ ਹੋਵੇ, ਚਾਹੇ ਰੋਂਗ ਆਪਸ਼ਨਸ ਤੇ ਫੋਕਸ ਕਰਨਾ ਹੋਵੇ, ਚਾਹੇ ਸਾਰੀਆਂ ਆਪਸ਼ਨਸ ਤੇ ਫੋਕਸ ਕਰਨਾ ਹੋਵੇ, ਸਭ ਕੁਝ ਕਰਨਾ ਹੋਵੇ, ਉਹ ਮੈਂ ਤੁਹਾਡੇ ਲਈ ਆਲਰੇਡੀ ਕਰ ਚੁੱਕਿਆ। ਜੀ ਹਾਂ, ਮੈਂ ਤੁਹਾਡੇ ਲਈ ਉਹ ਚੀਜ਼ ਆਲਰੇਡੀ ਕਰ ਚੁੱਕਿਆ ਜੀ। ਆਈ ਹੈਵ ਡਨ this for you already in this book। पंजाब PCS PYQs solved papers, ठीक है जी। इस किताब दे विच चलो पहली गल मैं किसी नूं फोर्स नहीं करता कुछ खरीदण वास्ते, तुहानूं इस तो बेटर किताब मिलती है, तुसीं लै सकदे हो, नो वरीज इन दैट। बट जो अज दा सैशन है बई, तुहानूं लग रहा है कि सर जो मैं थंबनेल ते देख के आया सी कि PYQs ਨੂੰ ਕਿਸ ਤਰ੍ਹਾਂ ਐਨਾਲਾਈਜ਼ ਕਰਨਾ ਹੁੰਦਾ ਹੈ, ਉਹ ਸੈਸ਼ਨ ਇੱਥੇ ਖਤਮ ਹੋ ਚੁੱਕਿਆ। ਮੈਂ ਤੁਹਾਨੂੰ ਹੁਣ ਇਹ ਦੱਸ ਰਿਹਾ ਕਿ PYQs ਨੂੰ ਐਨਾਲਾਈਜ਼ ਕਰ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਘਰੇ ਬੈਠੇ ਇਹ ਕਿਤਾਬ ਦੇ ਥਰੂ, ਕਿਉਂਕਿ ਮੈਂ ਇਸ ਤੇ ਆਪਣੀ ਸਾਰੀ ਜਿਹੜੀ ਸਾਲਾਂ ਦੀ ਰਿਸਰਚ ਹੈ ਇੱਥੇ ਪਾਈ ਹੈ। ਨਾਓ ਦਾ ਪੁਆਇੰਟ ਇਜ਼, ਜੇ ਤੁਸੀਂ ਸੁਣਨਾ ਚਾਹੁੰਦੇ ਹੋ ਇਸ ਚੀਜ਼ ਨੂੰ, ਯੂ ਆਰ ਵੈਲਕਮ। ਜੇ ਤੁਹਾਨੂੰ ਲੱਗ ਰਿਹਾ ਕਿ ਸਰ ਨਹੀਂ ਕਿਤਾਬ ਨਹੀਂ ਲੈਣੀ, ਤੁਸੀਂ ਇਸ ਸੈਸ਼ਨ ਨੂੰ ਬੰਦ ਕਰ ਸਕਦੇ ਹੋ, ਠੀਕ ਹੈ ਜੀ। ਸੋ ਦੈਟ ਇਜ਼ ਇਟ। ਲਓ ਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਦੀ। ਚਲੋ, ਇਸ ਕਿਤਾਬ ਵਿੱਚ ਮੈਂ ਆਪਣੀ ਕਾਫੀ ਸਾਲਾਂ ਦੀ, ਕਈ ਸਾਲਾਂ ਦੀ, ਜਦੋਂ ਮੈਂ ਐਸਪੀਰੈਂਟ ਸੀਗਾ ਤਦ ਦੀ ਵੀ, ਤੇ ਜਦੋਂ ਮੈਂ ਟੀਚਰ ਬਣਿਆ ਉਹਦੀ ਵੀ ਮਿਹਨਤ ਪਾਈ ਹੈ। ਪਹਿਲੀ ਗੱਲ, ਇਹਦਾ ਪ੍ਰਾਈਸ ਕੀ ਹੈ? ਸਭ ਤੋਂ ਪਹਿਲਾਂ ਸੁਣ ਲਓ ਇੱਕ ਵਾਰ, ਇਹਦਾ ਪ੍ਰਾਈਸ ਇਜ਼ 650 ਰੁਪੀਜ਼ ਓਨਲੀ। 650 ਰੁਪੀਜ਼ ਦੇ ਵਿੱਚ ਈਅਰਸ ਕਵਰਡ ਦੇਖੋ ਜੀ, 12, 13, 15, 18, 21 ਇਹ ਸਾਰੇ ਈਅਰਸ ਕਵਰਡ ਨੇ, ਸਬਜੈਕਟ ਵਾਈਜ਼ ਡਿਟੇਲ ਸੋਲਿਊਸ਼ਨਸ ਨੇ, ਸਾਰਾ ਕੁਝ ਤੁਹਾਨੂੰ ਦਿੱਤਾ ਜਾ ਰਿਹਾ ਹੈ।
इस वीडियो ਦੇ ਕਮੈਂਟ ਵਿੱਚ ਇੱਕ ਲਿੰਕ ਪਿਨ ਕਰ ਦਿੱਤਾ ਜਾਊਗਾ, ਉਸ ਲਿੰਕ ਤੇ ਜਾ ਕੇ ਯੂ ਕੈਨ ਆਰਡਰ ਦਿਸ ਬੁੱਕ। ਬਟ ਜੇ ਫਿਰ ਵੀ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਬੁੱਕ ਆਰਡਰ ਕਰਨ 'ਚ, ਦਿਸ ਇਜ਼ ਦਾ ਮੋਬਾਈਲ ਨੰਬਰ ਫॉर ਯੂ। ਇੱਥੇ ਕਾਲ ਕਰਕੇ ਤੁਸੀਂ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ, ਦੇ ਵਿਲ ਹੈਲਪ ਯੂ। ਕੀ 650 'ਚ ਤੁਹਾਨੂੰ ਸਿਰਫ ਇੱਕ ਕਿਤਾਬ ਮਿਲ ਰਹੀ ਹੈ? ਸਰ ਤੁਸੀਂ ਐਨਾਲਿਸਿਸ ਦੀ ਗੱਲ ਕੀਤੀ, ਉਹ ਤੁਸੀਂ ਐਨਾਲਿਸਿਸ ਸਾਨੂੰ ਬੋਲ ਕੇ ਵੀ ਤਾਂ ਕਰਾ ਸਕਦੇ ਹੋ ਨਾ। ਕਹਿ ਜੀ ਹਾਂ ਬਿਲਕੁਲ ਕਰਾ ਰਹੇ ਹਾਂ, ਤੁਹਾਨੂੰ ਉਹ ਐਨਾਲਿਸਿਸ ਬੋਲ ਕੇ ਵੀ ਕਰਾਊਂਗਾ, ਉਹ ਆਪਣਾ ਕੰਟੈਂਟ ਦੇ ਕੇ ਵੀ ਕਰਾਊਂਗਾ, ਸਾਰਾ ਕੁਝ ਕਰਕੇ ਕਰਾਊਂਗਾ ਫ੍ਰੀ ਆਫ ਕਾਸਟ। ਕਿੱਦਾਂ? ਜੇ ਤੁਸੀਂ ਇਸ ਕਿਤਾਬ ਨੂੰ ਪਰਚੇਸ ਕਰਦੇ ਹੋ, ਜੋ ਹੁਣੀ ਕਮੈਂਟ ਦੇ ਵਿੱਚ ਲਿੰਕ ਲੱਗਿਆ ਹੈ, ਤੁਸੀਂ ਉਸ ਲਿੰਕ ਤੇ ਜਾ ਕੇ 650 ਰੁਪੀਸ ਪੇ ਕਰਕੇ ਇਸ ਕਿਤਾਬ ਨੂੰ ਪਰਚੇਸ ਕਰੋਗੇ। ਇਹ ਬੈਚ ਜਿਹੜਾ ਕਿ 7 ਜੁਲਾਈ ਨੂੰ ਸ਼ੁਰੂ ਹੋ ਰਿਹਾ ਹੈ, ਇਹ ਆਟੋਮੈਟਿਕਲੀ ਐਕਟੀਵੇਟ ਹੋ ਜਾਏਗਾ ਵਿਦਆਊਟ ਐਨੀ ਅਦਰ ਕਾਸਟ, ਯਾਨੀ ਕਿ ਇਹ ਇਨਕਲੂਡਡ ਹੈ ਬੁੱਕ ਦੇ ਨਾਲ। ਤੇ 7 ਜੁਲਾਈ ਨੂੰ ਜਿਹੜਾ ਬੈਚ ਹੋਏਗਾ ਉਹਦੇ ਵਿੱਚ ਮੈਂ ਆਪ ਇਸ ਪੂਰੀ ਬੁੱਕ ਦੇ ਅੰਦਰ ਜਿੰਨੇ ਵੀ टॉपिक वाइज या सब्जेक्ट वाइज कह लो कि सारा कुछ दिता गया है, सब्जेक्ट वाइज एनालिसिस है, जो भी सारा एनालिसिस है PYQ ਦਾ ਇੱਕ ਸਬਜੈਕਟ ਦਾ ਸਾਰੀ ਡਿਸਕਸ਼ਨਸ ਮੈਂ ਆਪ ਕਰਾਉਂਗਾ ਤੁਹਾਡੇ ਨਾਲ, ਜੋ ਕਿ ਇਸ ਬੁੱਕ ਦੀ ਪਰਚੇਜ਼ ਦੇ ਨਾਲ ਫ੍ਰੀ ਹੈ ਜੀ। ਹੁਣ ਗੱਲ ਆ ਜਾਓ, ਹੁਣ ਸੁਣ ਲਓ ਕਿ ਇਸ ਬੁੱਕ ਵਿੱਚ ਹੈ ਕੀ। ਸਰ ਤੁਸੀਂ ਇੰਨੇ ਦਾਅਵੇ ਨਾਲ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ PYQs ਦੀ ਜਿਹੜੀ ਇਹ ਕਿਤਾਬ ਹੈ ਇਹ ਤੁਹਾਡੇ ਪ੍ਰੀ 'ਚ ਬੜਾ ਹੈਲਪ ਕਰੇਗੀ? ਲਓ ਜੀ ਸੁਣੋ ਆ ਕੇ। ਫਸਟ ਆਫ ਆਲ, ਜਿੰਨੀਆਂ ਵੀ PYQs ਦੀਆਂ ਕਿਤਾਬਾਂ ਅਵੇਲੇਬਲ ਨੇ, ਜਿੱਥੋਂ ਵੀ ਤੁਸੀਂ PYQs ਦੇਖਿਆ ਹੈ, ਤੁਸੀਂ ਉਹਨਾਂ ਤੇ ਜਾਓ। ਕਿਸੇ ਬੁੱਕ ਨੇ ਵੀ ਰੋਂਗ ਆਪਸ਼ਨ ਤੇ ਅੱਜ ਤੱਕ ਫੋਕਸ ਨਹੀਂ ਕੀਤਾ, ਸਮਝ ਰਹੇ ਹੋ? ਨੋਬਡੀ ਹੈਜ਼ ਫੋਕਸਡ ਔਨ ਦਾ ਰੋਂਗ ਆਪਸ਼ਨ। ਸਾਰਿਆਂ ਨੇ ਦੱਸਤਾ ਕਿ ਇਹ ਆਨਸਰ ਹੈ, 2 ਲਾਈਨਾਂ ਚ ਐਕਸਪਲੇਨੇਸ਼ਨ ਦੱਸਤੀ, ਬਾਏ ਬਾਏ ਟਾਟਾ। ਹੁਣੇ ਦੱਸਿਆ ਨਾ ਤੁਹਾਨੂੰ, ਰੋਂਗ ਆਪਸ਼ਨ ਤੋਂ ਅਗਲੇ ਸਾਲ ਦੇ ਕੁਐਸਚਨ ਬਣ ਜਾਂਦੇ ਨੇ। ਉਹ ਕਿੰਨੇ ਕਰਾਣੇ ਆ ਫਿਰ? ਉਹ ਇਸ ਕਿਤਾਬ ਚ ਨੇ, ਠੀਕ ਹੈ, ਉਹ ਇਸ ਕਿਤਾਬ ਚ ਨੇ। ਉਸ ਤੋਂ ਬਾਅਦ ਹੋਰ ਅੱਗੇ ਆ ਜਾਓ, ਸਬਜੈਕਟ ਵਾਈਜ਼ PYQs। ਬਾਕੀਆਂ ਨੇ ਕੀ ਕੀਤਾ ਹੈ? ਸਾਰਿਆਂ ਨੇ ਇੱਕ ਜਿਹੜਾ ਓਰੀਜਨਲ ਪੇਪਰ ਸੀ ਉਹ ਦੇਤਾ, ਆਨਸਰ ਕੀ ਦੇਤੀ, ਉਹਦੇ ਨਾਲ ਗੱਲ ਨਹੀਂ ਬਣ ਲਈ। ਉਹ PYQs ਦੇਖਣਾ ਹੁੰਦਾ, ਉਹ PYQs ਐਨਾਲਾਈਜ਼ ਕਰਨਾ ਨਹੀਂ ਹੁੰਦਾ, ਠੀਕ ਹੈ। PYQs ਐਨਾਲਾਈਜ਼ ਹਮੇਸ਼ਾ ਸਬਜੈਕਟ ਵਾਈਜ਼ ਹੁੰਦੇ ਆ। ਜਿੱਦਾਂ ਪੋਲਿਟੀ ਦੇ ਕਿੰਨੇ ਆਏ ਜੀ ਕੁਐਸਚਨਸ, ਕਰੰਟ ਅਫੇਅਰਸ ਦੇ ਕਿੰਨੇ ਕੁਐਸਚਨ ਆਏ, ਉਹਨਾਂ ਨੂੰ ਕਿੱਦਾਂ ਕਰਨਾ, ਇਹ ਸਾਰਾ ਕੁਝ ਇਸ ਕਿਤਾਬ ਵਿੱਚ ਮੈਂਸ਼ਨਡ ਹੈ। ਉਸ ਤੋਂ ਬਾਅਦ ਇਹ ਕਿਤਾਬ ਇੰਗਲਿਸ਼ ਐਂਡ ਪੰਜਾਬੀ ਦੋਨਾਂ 'ਚ, ਜਿਸ ਤਰ੍ਹਾਂ ਕਿ ਤੁਸੀਂ ਆਪਣਾ ਪੰਜਾਬ PCS ਦਾ ਪੇਪਰ ਦੇਖਿਆ ਹੋਣਾ, ਤੁਸੀਂ ਪ੍ਰੀਲਿਮਸ ਦਾ, ਇੱਕ ਸਾਈਡ ਤੇ ਪੂਰੀ ਇੰਗਲਿਸ਼ ਹੁੰਦੀ ਹੈ, ਇੱਕ ਸਾਈਡ ਤੇ ਪੂਰੀ ਪੰਜਾਬੀ ਹੁੰਦੀ ਹੈ। ਸੋ ਇਹ ਕਿਤਾਬ ਵੀ ਉਸੇ ਤਰ੍ਹਾਂ ਬਣੀ ਹੈ, ਇੱਕ ਸਾਈਡ ਤੇ ਪੂਰੀ ਇੰਗਲਿਸ਼, ਇੱਕ ਸਾਈਡ ਤੇ ਪੂਰੀ ਪੰਜਾਬੀ। ਸੋ ਕਿਸੇ ਵੀ ਐਸਪੀਰੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ। ਐਂਡ ਲਾਸਟਲੀ, ਪੂਰਾ ਦਾ ਪੂਰਾ ਟ੍ਰੈਂਡ ਐਨਾਲਿਸਿਸ ਆਫ PYQ ਦਾ ਬੈਚ ਮੈਂ ਆਪ ਤੁਹਾਨੂੰ ਦੇ ਰਿਹਾ ਹੈ, ਸਾਰੇ ਡਿਸਕਸ਼ਨਸ ਮੈਂ ਆਪ ਕਰੂੰਗਾ। ਦੈਟ ਇਜ਼ ਇਟ। ਐਂਡ ਲਾਸਟਲੀ, ਤੁਸੀਂ ਕਹੋਗੇ ਸਰ ਤੁਸੀਂ ਸਿਰਫ GS1 ਦੀ ਗੱਲ ਕਰ ਰਹੇ ਹੋ, ਕਿ ਇਹਦੇ ਵਿੱਚ CSAT ਦਾ ਕੁਝ ਨਹੀਂ ਹੈ? ਗਲਤ। ਇਸ ਕਿਤਾਬ ਦੇ ਵਿੱਚ CSAT ਦੇ ਵੀ ਸੋਲਿਊਸ਼ਨਸ ਨੇ। ਚਾਹੇ ਮੈਥ ਲੈ ਲਓ, ਮੈਥ ਦਾ ਵੀ ਪੂਰਾ ਡਿਟੇਲ ਸੋਲਿਊਸ਼ਨ ਹੈ, ਇੰਗਲਿਸ਼ ਐਂਡ ਪੰਜਾਬੀ ਬੋਥ। ਮੈਥ ਦਾ ਵੀ ਐਨਾਲਿਸਿਸ ਕੀਤਾ ਹੈ ਕਿ ਕਿਹੜੇ ਕੁਐਸਚਨ ਦੇ ਟੌਪਿਕ ਵੱਧ ਆ ਰਹੇ ਨੇ, ਐਵਰੀਥਿੰਗ। ਮਤਲਬ ਦਿਸ ਇਜ਼ ਇਨ ਮਾਈ ਓਪੀਨੀਅਨ, ਜੇ ਮੈਂ ਐਸਪੀਰੈਂਟ ਹੁੰਦਾ ਨਾ, ਮੈਂ ਇਸ ਕਿਤਾਬ ਨੂੰ ਸਭ ਤੋਂ ਜ਼ਿਆਦਾ ਟਾਈਮ ਦਿੰਦਾ। ਮੈਂ ਤਾਂ ਹੀ ਬਣਾਈ ਹੈ ਇਹ ਕਿਤਾਬ, ਬਿਕੋਜ਼ ਮੈਂ ਵੀ ਕਦੀ ਐਸਪੀਰੈਂਟ ਸੀ। ਸੋ this book is meant for those people who want to clear prelims। ਗੱਲ ਖਤਮ ਹੈ। ਇਸ ਤੋਂ ਉੱਪਰ ਸਿਰਫ ਪ੍ਰੈਕਟਿਸ ਰਹਿ ਜਾਂਦੀ ਹੈ ਤੇ ਰਿਵੀਜ਼ਨ ਰਹਿ ਜਾਂਦੀ ਹੈ। PYQ ਸਾਰਾ ਇੱਥੇ ਕਵਰ ਹੋ ਗਿਆ। ਸੋ ਜੇ ਤੁਸੀਂ ਵੀ ਇਸ ਵਾਰ ਪ੍ਰੀਲਿਮਸ ਨੂੰ ਟਾਰਗੇਟ ਕਰ ਰਹੇ ਹੋ, ਜਾਂ ਕੋਈ ਵੀ ਹੋਰ ਤੁਹਾਡੇ ਰਿਸ਼ਤੇਦਾਰ, ਤੁਹਾਡੇ ਬ੍ਰਦਰ, ਸਿਸਟਰ, ਫਰੈਂਡ, ਕੋਈ ਵੀ ਪ੍ਰੀਲਿਮਸ ਨੂੰ ਟਾਰਗੇਟ ਕਰ ਰਿਹਾ ਇਸ ਵਾਰ, ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਇਓ। ਕਿਉਂਕਿ ਇਸ ਤਰ੍ਹਾਂ ਜੇ ਤੁਸੀਂ PYQs ਐਨਾਲਾਈਜ਼ ਨਹੀਂ ਕਰੋਗੇ, ਪ੍ਰੀ ਨਿਕਲਣ ਦੇ ਚਾਂਸਸ ਬਹੁਤ ਘੱਟ ਜਾਂਦੇ ਨੇ। ਬਿਕੋਜ਼ ਸੁਨਜ਼ੂ ਨੇ ਕਿਹਾ ਸੀ, ਇੱਕ ਚਾਈਨੀਜ਼ ਫਿਲਾਸਫਰ ਹੈ, that tactics without strategy is a noise before defeat। ਯਾਨੀ ਕਿ ਜਿੰਨਾ ਮਰਜ਼ੀ ਆਨਸਰ ਰਾਈਟਿੰਗ ਕਰ ਲਓ, ਜਿੰਨਾ ਮਰਜ਼ੀ ਸੋਲਵ ਕਰ ਲਓ, ਪਰ ਜੇ ਤੁਸੀਂ ਸਟ੍ਰੈਟਜੀਕਲੀ ਨਹੀਂ ਕਰ ਰਹੇ, ਜੋ ਕਿ ਇਹਦੇ ਵਿੱਚ ਮੈਂਸ਼ਨਡ ਹੈ, ਕੁਝ ਨਹੀਂ ਹੋਣਾ। ਸੋ ਇਸ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਐਂਡ ਇਹ ਕਿਤਾਬ ਦੀ ਜੇ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ, ਲਿੰਕ ਕਮੈਂਟ ਵਿੱਚ ਲੱਗ ਜਾਏਗਾ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।